ਅਸੀਂ ਤਹਿਸੀਲਦਾਰ ਨੇ ਜਿਹੜਾ ਹੁਣ ਮੋਗੇ ਪ੍ਰਵੀਨ ਕੁਮਾਰ ਸਿੰਗਲਾ ਨਵਾਂ ਤਹਿਸੀਲਦਾਰ ਹੈ, 5.5 ਮਹੀਨੇ ਹੋ ਗਏ, ਇਹਨੇ ਇਲੈਕਸ਼ਨ ਦੇ ਟਾਈਮ ਬਥੇਰਾ ਕੁਝ ਕੀਤਾ। ਅਸੀਂ ਇਹਨੂੰ ਸਮਝਾਉਣ ਗਏ ਸੀਗੇ ਜੀ, ਪ੍ਰੋਪਰ ਇਹਨੂੰ ਮੈਮੋਰੈਂਡਮ ਦੇ ਕੇ ਅਸੀਂ ਸਿੰਗਲਾ ਸਾਹਿਬ ਨੂੰ ਉਹਨਾਂ ਦੇ ਹੱਥ ਦੇ ਵਿੱਚ ਮੈਮੋਰੈਂਡਮ ਫੜਾ ਕੇ ਇਹ ਕਹਿ ਰਹੇ ਹੋ ਕਿ ਤੁਸੀਂ ਕਰਪਸ਼ਨ ਕਰ ਰਹੇ ਹੋ, ਤੈਨੂੰ ਖੜ ਜਾਓ, ਇਹਨੂੰ ਕਰੋ ਨਾ, ਖੜ ਜਾਓ, ਨਹੀਂ ਤਾਂ ਫਿਰ ਅਸੀਂ ਤੁਹਾਨੂੰ ਟੰਗਾਂਗੇ। ਅਗਲੇ ਦਿਨ 7 ਤਰੀਕ ਨੂੰ ਜੀ ਤਹਿਸੀਲਦਾਰ ਸਾਹਿਬ ਦੋਨੋਂ ਰਜਿਸਟਰੀਆਂ ਕਰਦੇ ਆ, ਜਿਹਦੇ ਵਿੱਚ 2.5-3 ਕਰੋੜ ਦਾ ਘਪਲਾਈ ਹੈ ਸਰਕਾਰ ਦੇ ਪੈਸੇ ਖਾਲੀ। ਜਿੰਪਾ ਜੀ ਸਿਰਫ 2 ਕੁਐਸਚਨ ਪੁੱਟ ਕਰਦੇ ਆ, ਇਹ ਮੇਰੇ ਭਾਈ ਤੂੰ ਆ ਇਹਨੂੰ ਰੈਜ਼ੀਡੈਂਸ਼ੀਅਲ 'ਚ ਕਿਉਂ? ਤੁਹਾਡੀ ਇੰਨੀ ਬੇਸਬਰੀ ਕਿਉਂ ਕਿ ਤੁਸੀਂ ਕਿਹਾ ਕਿ ਪ੍ਰੈਸ ਕਾਨਫਰੰਸ ਕਰਦੀ ਹੈ? ਰਿਪੋਰਟ ਦਾ ਇੰਤਜ਼ਾਰ ਤਾਂ ਕੀਤਾ ਹੀ ਜਾ ਸਕਦਾ ਹੈਗਾ। ਇਹ ਮੰਤਰੀ ਸਾਹਿਬ ਤੇ ਯਕੀਨ ਘੱਟ ਹੈ। ਜਿੰਪਾ ਜੀ ਜਿਹੜਾ ਤੁਸੀਂ ਸਾਰੇ ਜਿੰਪਾ ਜੀ ਤੇ ਆਰੋਪ ਲੱਗ ਰਿਹਾ ਵੀ ਜਿੰਪਾ ਜੀ ਨੇ ਐ ਕੀਤਾ, ਐਕਚੁਅਲ ਜਿੰਪਾ ਜੀ ਨੇ 2 ਦਿਨ ਦਿੱਤੇ ਡੀਸੀ ਸਾਹਿਬ ਨੂੰ ਬਈ 2 ਦਿਨਾਂ ਦੇ ਵਿੱਚ ਮੈਨੂੰ ਇਹ ਰਿਪੋਰਟ ਦਿਓ। ਜਦੋਂ 2 ਦਿਨ ਨਿਕਲ ਗਏ, ਤੀਜੇ ਦਿਨ ਉਹ ਮੌਕੇ ਆਏ। ਇਹ ਕੋਈ ਗੱਲ ਨਹੀਂ ਕਰਦਾ ਪਿਆ ਵੀ 2 ਦਿਨ ਡੀਸੀ ਨੂੰ ਦਿੱਤੇ ਸੀਗੇ, ਵੀ ਡੀਸੀ ਨੇ 2 ਦਿਨ 'ਚ ਰਿਪੋਰਟ ਨਹੀਂ ਦਿੱਤੀ, ਤੀਜੇ ਦਿਨ ਮੰਤਰੀ ਨੂੰ ਮੌਕੇ ਆਉਣਾ ਪਿਆ। ਇਹ ਵੀ ਤੁਸੀਂ ਵੱਡੀ ਗੱਲ ਕਹਿ ਗਏ ਕਿ ਮੰਤਰੀ ਸਾਹਿਬ ਤੁਹਾਨੂੰ ਕਹਿੰਦੇ ਕਿ ਤੁਸੀਂ ਠੀਕ ਨਹੀਂ ਹੈਗੇ, ਲੋਕ ਉਹਨਾਂ ਨੂੰ ਕਹਿੰਦੇ ਆ ਕੇ। ਤੁਸੀਂ ਮੰਤਰੀ ਜੀ ਨੂੰ ਪੁੱਛੋ, ਉਹ ਮੈਨੂੰ ਸਵੇਰੇ ਦੱਸ ਕਹਿੰਦੇ ਯਾਰ ਮੇਰੇ ਕੋਲ ਬੰਦੇ ਭੇਜੀ ਜਾਂਦੇ, ਉਹ ਦੱਸ ਕਹਿੰਦੇ ਇੰਨੇ ਕਰਪਟ ਆ, ਉਹਨੂੰ ਅਕਲ ਨਹੀਂ। ਆਪਦੇ ਮਾਲ ਮੰਤਰੀ ਨੂੰ ਖਰੀਦਣ ਲਈ ਲੋਕ ਅਪਰੋਚ ਕਰ ਰਹੇ ਹੋ। ਤੁਸੀਂ ਇਹ ਦੇਖੋ 2.5 ਕਰੋੜ ਦਾ ਤਾਂ ਇੱਕ ਪ੍ਰਾਪਰਟੀ ਜੀ ਘਪਲਾ ਹੈ। ਤੁਹਾਨੂੰ ਇਹ ਪ੍ਰੈਸ ਕਾਨਫਰੰਸ ਤੇ ਆਪਣੀ ਯਕੀਨ ਹੈ, ਮੰਤਰੀ ਸਾਹਿਬ ਦੇ ਆਉਣ ਤੇ ਯਕੀਨ ਹੈ, ਜਿਹੜੀ ਰਿਪੋਰਟ ਤਿਆਰ ਹੋਈ ਹੈ ਕਿਤੇ ਯਕੀਨ ਕੀ ਦਿੱਤੇ ਤੁਹਾਨੂੰ? ਉਹ ਤਾਂ ਜਿੱਦਾਂ ਕਹਿੰਦੇ ਕਿ ਹਾਂ ਘਟਾਲੇ ਕੀਤੇ ਹੀ ਨਹੀਂ ਗਏ, ਮੈਂ ਤਾਂ ਕਰਕੇ ਅਫਸਰਾਂ ਨੂੰ ਵੀ ਉਹਨਾਂ ਤੇ ਯਕੀਨ ਹੈ। ਭਾਈ ਸਾਹਿਬ ਜੇ ਘਟਾਲੇ ਨਹੀਂ ਕੀਤੇ ਤੇ ਫਿਰ ਉਹਨਾਂ ਦੇ ਕੁੜਮ ਸਾਹਿਬ ਕੀ ਮੈਨੂੰ ਰਿਸ਼ਤਾ ਕਰਨ ਆਏ ਸੀ ਜਾਂ ਮੈਨੂੰ ਪੈਸੇ ਦੇਣ ਆਏ ਸੀ, ਸ਼ਗਨ ਪਾਉਣ ਆਏ ਸੀਗੇ, ਮੈਨੂੰ ਕੀ ਕਰਨ ਆਏ ਸੀਗੇ ਮੇਰੇ ਕੋਲ? ਇਹ ਦੱਸੋ, ਜਦੋਂ ਤੁਹਾਡੇ ਕੋਲ ਰਾਜਾ ਵੜਿੰਗ ਨਹੀਂ ਆਏ, ਤੁਹਾਡੇ ਕੋਲ ਭਾਰਤ ਭੂਸ਼ਣ ਆਸ਼ੂ ਨਹੀਂ ਆਏ, ਜਿਵੇਂ ਤੁਸੀਂ ਕਹਿੰਦੇ ਪਏ ਹੋ, ਤੁਸੀਂ ਕੋਰਟ ਵੀ ਤਾਂ ਜਾ ਸਕਦੇ ਹੋ, ਉੱਥੋਂ ਵੀ FIR ਹੋ ਸਕਦੀ ਸੀ। No one can be condemned unheard, ਇਹ ਖਾਸ ਤੌਰ ਤੇ ਚਿੱਠੀ ਲਿਖੀ ਗਈ ਹੈ। ਸ਼ਿਕਾਇਤ ਹੈ ਤਹਿਸੀਲਦਾਰਾਂ ਦੀ, ਮੋਗੇ ਦੇ ਤਹਿਸੀਲਦਾਰਾਂ ਦੀ, ਕਿ ਸਾਡਾ ਪੱਖ ਸੁਣਿਆ ਜਾਣਾ ਚਾਹੀਦਾ ਹੈ। ਹਾਲਾਂਕਿ ਪੰਕਜ ਸੂਦ ਜੀ ਮੇਰੇ ਨਾਲ ਨੇ, ਕੰਜ਼ਿਊਮਰ ਰਾਈਟਸ ਆਰਗੇਨਾਈਜੇਸ਼ਨ ਦੇ ਪੂਰੇ ਪੰਜਾਬ ਦੇ ਪ੍ਰਧਾਨ ਵੀ ਹੈ। ਇਹ ਕਹਿੰਦੇ ਨੇ ਕਿ ਤਹਿਸੀਲਦਾਰ ਕਰਪਟ ਨੇ, ਭ੍ਰਸ਼ਟ ਨੇ, ਉਹਨਾਂ ਨੇ ਭ੍ਰਸ਼ਟਾਚਾਰ ਕੀਤਾ ਹੈ, ਤੇ ਨਾਲ ਦੀ ਨਾਲ ਇਹ ਮੰਤਰੀ ਸਾਹਿਬ ਦੀ ਵੀ ਤਾਰੀਫ ਵੀ ਕਰਦੇ ਪਏ ਆ। ਕੀ ਲੋੜ ਪੈ ਗਈ ਤੁਸੀਂ ਮੋਗੇ ਤੋਂ ਚੰਡੀਗੜ੍ਹ ਆ ਗਏ? ਹਲੇ ਤਾਂ ਮੰਤਰੀ ਸਾਹਿਬ ਹੋ ਕੇ ਗਏ ਆ ਮੋਗੇ। ਬਿਲਕੁਲ ਜੀ, ਉਹ ਮੰਤਰੀ ਸਾਹਿਬ ਨੂੰ ਵੀ ਅਸੀਂ ਸੱਦਿਆ ਸੀ ਜੀ। ਸੱਦਿਆ ਤਾਂ ਅਸੀਂ ਰਾਜੇ ਵੜਿੰਗ ਤੇ ਆਸ਼ੂ ਜੀ ਨੂੰ ਵੀ ਸੀਗਾ, ਉਹ ਤਾਂ ਸਗੋਂ ਨੇੜੇ ਸੀਗੇ, ਲੁਧਿਆਣਿਓਂ ਆ ਸਕਦੇ ਸੀ, ਪਰ ਉਹ ਮੰਤਰੀ ਹੁਸ਼ਿਆਰਪੁਰੋਂ ਚੱਲ ਕੇ ਆ ਗਏ ਜੀ। ਕੋਈ ਗੱਲ ਨਹੀਂ। ਤੇ ਐਕਚੁਅਲ ਤੁਹਾਡੇ ਮੈਂ ਪੜ੍ਹਦਾ ਪਿਆ ਸੀਗਾ ਤੁਹਾਡਾ ਇਹ ਕਿ ਇਹ ਇੱਕ ਤੁਸੀਂ ਕਿਤਾਬ ਛਾਪੀ ਹੈ, ਇਹਦੇ 'ਚ ਇਹ ਸਰ ਕਿਤਾਬ ਨਹੀਂ ਗੀ ਜੀ, ਇਹ ਸਾਡਾ ਨੈਸ਼ਨਲ ਸੋਵੀਨੀਅਰ ਹੈ ਜੀ। ਇਹ ਕਿਉਂਕਿ ਸਾਡਾ ਜਿਹੜਾ NGO ਹੈ ਜੀ, ਇੰਡੀਆ ਲੈਵਲ 'ਤੇ ਅਸੀਂ 10 ਲੱਖ ਤੋਂ ਉੱਪਰ ਮੈਂਬਰ ਹੈ ਜੀ, 30 ਸਟੇਟਸ ਦੇ ਵਿੱਚ ਅਸੀਂ, ਔਰ ਹਰ ਸਾਲ ਕੌਂਸਟੀਟਿਊਸ਼ਨ ਕਲੱਬ ਆਫ ਇੰਡੀਆ ਦੇ ਵਿੱਚ ਸਾਡਾ ਅਸੀਂ ਨੈਸ਼ਨਲ ਕੰਜ਼ਿਊਮਰ ਡੇ ਮਨਾਉਂਦੇ ਹਾਂ। ਉੱਥੇ ਇੱਕ ਮਤਲਬ ਇਹ ਉੱਦਾਂ ਨਾ ਰਿਲੀਜ਼ ਕੀਤੀ ਜਾਂਦੀ ਹੈ। ਇਹ 'ਚ ਮੈਂ ਫੋਟੋਆਂ ਦੇਖ ਰਿਹਾ, ਤੁਸੀਂ ਜ਼ਿਕਰ ਕੀਤਾ ਰਾਜਾ ਵੜਿੰਗ ਸਾਹਿਬ ਨੂੰ ਵੀ ਸੱਦਿਆ ਸੀ, ਭਾਰਤ ਭੂਸ਼ਣ ਆਸ਼ੂ ਹੋਰਾਂ ਨੂੰ ਵੀ ਸੱਦਿਆ ਸੀ। ਤੁਹਾਡੇ ਤਾਂ ਬੜੇ ਸੈਂਟਰ ਦੇ ਵਿੱਚ ਮਿਨਿਸਟਰੀਆਂ ਬੈਠੀਆਂ ਹੋਈਆਂ, ਇੱਥੇ ਪ੍ਰਕਾਸ਼ ਜਾਵੜੇਕਰ ਸਾਹਿਬ ਦੀ ਫੋਟੋ ਹੈਗੀ, ਇੱਥੇ ਅਸ਼ਵਨੀ ਕੁਮਾਰ ਚੌਬੇ ਹੈਗੇ ਨੇ, ਇਹਨਾਂ ਤੱਕ ਨਹੀਂ ਗੱਲ ਪਹੁੰਚਾਈ ਤੁਸੀਂ? ਪਹੁੰਚ ਗਈ ਜੀ, ਇਹਨਾਂ ਕੋਲ ਪਹੁੰਚ ਗਈ, ਇਹ ਸਾਰਿਆਂ ਕੋਲ ਪਹੁੰਚੀ ਹੋਈ ਹੈ ਜੀ। ਇਹ ਨੈਸ਼ਨਲ ਪੈਟਰਨ ਹੈ। ਪੰਜਾਬ 'ਚ ਅਮਿਤ ਸ਼ਾਹ ਹੋਰਾਂ ਦੇ ਵੀ ਗੇੜੇ ਲੱਗੇ, ਪ੍ਰਧਾਨ ਮੰਤਰੀ ਮੋਦੀ ਵੀ ਆਏ ਆ, ਸੈਂਟਰ ਤੋਂ ਤਮਾਮ ਲੀਡਰਸ਼ਿਪ ਇੱਥੇ। ਤੁਸੀਂ CRO ਦੀ ਚੜ੍ਹਾਈ ਤਾਂ ਮੰਨਦੇ ਹੋ ਨਾ ਜੀ, ਮੰਤਰੀ ਬੁਲਾ ਲਿਆ ਸੀ ਮੋਗੇ। ਪਹਿਲਾਂ ਕਿਸੇ ਸਰਕਾਰਾਂ 'ਚ ਮੰਤਰੀ ਆਇਆ ਜੀ ਕਦੇ ਮੋਗੇ, ਹੈ ਨਾ? ਭਾਵੇਂ ਮੌਜੂਦਾ MLA। ਮੈਂ ਸਮਝਦਾ ਸਮਾਜ ਦੀ ਤਰਾਸਦੀ ਹੈ ਕਿ ਅਸੀਂ ਮੰਤਰੀਆਂ ਨੂੰ ਉਸ ਪਲੇਟਫਾਰਮ ਤੇ, ਉਸ ਅਹੁਦੇ ਤੇ ਸਮਝਦੇ ਹਾਂ ਕਿ ਮੰਤਰੀ ਘੱਟੋ ਘੱਟ ਦਫ਼ਤਰਾਂ ਦੇ ਗੇੜੇ ਨਹੀਂ ਮਾਰਦੇ, ਮੰਤਰੀ ਗੱਡੀਆਂ 'ਚੋਂ ਨਹੀਂ ਉਤਰਦੇ। ਮੰਤਰੀਆਂ ਦਾ ਤਾਂ ਕੰਮ ਹੈ ਆਉਣਾ। ਨਹੀਂ ਭਾਜੀ, ਇਹ ਬਿਲਕੁਲ ਮੈਂ ਜਿੰਪਾ ਜੀ ਦਾ ਧੰਨਵਾਦ ਕਰਦਾ ਜੀ, ਜਿਨ੍ਹਾਂ ਨੇ ਸਾਡੀ ਕੰਪਲੇਂਟ 'ਤੇ ਸੰਗਿਆਨ ਲਿਆ। ਔਰ ਕਿਉਂਕਿ ਮੈਂ ਕੋਈ ਆਮ ਆਦਮੀ ਪਾਰਟੀ ਦਾ ਨਾ ਤਾਂ ਮੈਂ ਵਰਕਰ ਹਾਂ ਜੀ, ਅਤੇ ਨਾ ਮੈਂ ਕੋਈ ਅਹੁਦੇਦਾਰ ਹਾਂ, ਠੀਕ ਹੈ ਜੀ। ਕਿਉਂ ਕਰਪਟ ਕਿਉਂ ਤਹਿਸੀਲਦਾਰ ਤੁਸੀਂ ਕਰਪਟ ਕਿਉਂ ਕਹਿੰਦੇ ਹੋ? ਮੈਂ ਦੱਸਦਾ ਜੀ। ਇੱਕ ਮੁੱਦਾ ਆਹ ਪਲਾਟ ਤੋਂ ਸ਼ੁਰੂ ਹੋਇਆ ਜੀ। ਆਹ ਪਲਾਟ ਹੈਗਾ DC ਆਫਿਸ ਦੇ ਸਾਹਮਣੇ, ਇੰਪੀਰੀਅਲ ਟਰਸਟ ਮਾਰਕੀਟ ਦੇ ਸਾਹਮਣੇ। ਇਹ ਪਲਾਟ ਦੇ ਆਲੇ ਦੁਆਲੇ 20 ਲੱਖ ਨੂੰ ਰੇਟ ਆ ਜੀ ਓਪਨ ਮਾਰਕੀਟ ਦੇ ਵਿੱਚ, ਔਰ ਸਰਕਾਰੀ ਰੇਟ ਜੀ ਇਸ ਪਲਾਟ ਦਾ ਇਹ 81 ਪ੍ਰੋਪਰਟੀ ਨੰਬਰ ਹੈ। ਜੇ ਤੁਸੀਂ ਜ਼ੂਮ ਕਰੋਗੇ, ਇਹ 810081 ਪ੍ਰੋਪਰਟੀ ਕੋਡ ਹੈ, ਔਰ ਇਹ ਜਗ੍ਹਾ 'ਤੇ 5,70,000 ਰੁਪਇਆ ਸਰਕਾਰੀ ਰੇਟ ਹੈ ਜੀ ਮਿਨੀਮਮ, ਠੀਕ ਹੈ ਜੀ। ਇਹ ਜਿਹੜੀ ਪ੍ਰਾਪਰਟੀ ਆ, ਹੁਣ ਤੁਸੀਂ ਦੇਖੋ, ਇਹਨੂੰ ਰੈਜ਼ੀਡੈਂਸ਼ੀਅਲ ਕਰਕੇ 1.5 ਲੱਖ ਰੁਪਇਆ ਮਰਲਾ 61 ਨੰਬਰ ਪਾਤਾ ਜੀ ਇੱਥੇ। ਹਾਲਾਂਕਿ ਇਹ ਪ੍ਰਾਪਰਟੀ 81 ਨੰਬਰ ਹੈ ਜੀ, ਠੀਕ ਹੈ। 61 ਨੰਬਰ ਹੈਗਾ ਜੀ, ਉਹਦੇ ਨਾਲ ਇੱਕ ਏਰੀਆ ਲੱਗਦਾ ਰੈਜ਼ੀਡੈਂਸ਼ੀਅਲ, ਉਹ ਤੋਂ ਜਿਵੇਂ ਇੱਕ ਸੈਕਟਰ ਤੋਂ ਦੂਜੇ ਸੈਕਟਰ ਇੱਕ ਮਤਲਬ 15A ਤੇ B ਦਾ ਜਿਵੇਂ ਫਰਕ ਹੈ।
ਗਾਂਧੀ ਰੋਡ ਰੈਜ਼ੀਡੈਂਸ਼ੀਅਲ ਇੱਥੇ 1,29,200 ਰੁਪਏ ਨੂੰ ਰੇਟ ਹੈ ਜੀ। ਇਹ ਪ੍ਰਾਪਰਟੀ ਨੰਬਰ ਪਾ ਕੇ ਜੀ ਆ ਦੋਨੋਂ ਰਜਿਸਟਰੀਆਂ ਕਰਤੀਆਂ। ਫਿਰ ਹੁਣ ਤੁਸੀਂ ਕਹੋਗੇ ਫਿਰ ਕੀ ਹੋ ਗਿਆ? ਇਹ ਰਜਿਸਟਰੀਆਂ ਜੇ ਕਰਤੀਆਂ ਜੀ, ਇਹ 'ਚ ਹੋਇਆ ਇਹ ਹੈ, ਇਹਦੇ 'ਚ ਦੋਨਾਂ ਦੇ ਵਿੱਚ ਆ 4 ਕਾਗਜ਼ਾਂ 'ਚ 1,89 ਲੱਖ ਦਾ ਘਪਲਾ, ਸਟਾਂਪ ਡਿਊਟੀ ਚੋਰੀ ਆ 2 ਰਜਿਸਟਰੀਆਂ 'ਚ। ਠੀਕ ਹੈ ਜੀ। ਇਸ ਤੋਂ ਇਲਾਵਾ NRI ਨੇ ਪ੍ਰਾਪਰਟੀ ਵੇਚੀ ਹੈ 20.8%, 60 ਲੱਖ ਰੁਪਇਆ ਬਣ ਗਿਆ ਜੀ। ਇਹਦਾ TDS ਹੈ। ਜਿਹਨੂੰ ਟਾਈਮ ਡਿਊਰੇਸ਼ਨ ਦੱਸ ਸਕਦੇ ਹੋ ਕਿ ਕਿਹੜੇ ਸਾਲ ਤੋਂ ਕਿਹੜੇ ਸਾਲ ਤੱਕ ਇਹ ਸਭ ਕੁਝ ਇਦਾਂ ਹੀ ਚੱਲਦਾ ਰਿਹਾ? ਇਹ ਤਾਂ ਭਾਜੀ ਆ ਹੁਣ 7-8 ਤਰੀਕ 6 ਤਰੀਕ ਦੀ ਹੈ, 7 ਦੀ ਤਾਜ਼ੀ ਹੈ। ਇਹ ਤਾਂ ਤਾਜ਼ੇ ਘਪਲੇ ਨੇ? ਇਹ ਤਾਂ ਤਾਜ਼ੀ ਜੀ, ਪਹਿਲਾਂ ਵੀ ਹੋਏ ਹੋਣੇ ਆ? ਪਹਿਲਾਂ ਵੀ ਹੋਏ ਵੇ ਆ ਜੀ। ਅਸੀਂ ਤਹਿਸੀਲਦਾਰ ਨੇ ਜਿਹੜਾ ਹੁਣ ਮੋਗੇ ਪ੍ਰਵੀਨ ਕੁਮਾਰ ਸਿੰਗਲਾ ਨਵਾਂ ਤਹਿਸੀਲਦਾਰ ਹੈ, 5.5 ਮਹੀਨੇ ਹੋ ਗਏ। ਇਹਨੇ ਇਲੈਕਸ਼ਨ ਦੇ ਟਾਈਮ ਬਥੇਰਾ ਕੁਝ ਕੀਤਾ। ਅਸੀਂ ਇਹਨੂੰ ਸਮਝਾਉਣ ਗਏ ਸੀਗੇ ਜੀ, ਪ੍ਰੋਪਰ ਇਹਨੂੰ ਮੈਮੋਰੈਂਡਮ ਦੇ ਕੇ ਅਸੀਂ ਆਪਦੇ CRO ਵੱਲੇ, ਆ ਦੇਖੋ ਤਹਿਸੀਲਦਾਰ ਕੰਮ ਸਬ ਰਜਿਸਟਰਾਰ, ਇਹਨੂੰ ਮੈਮੋਰੈਂਡਮ ਦੇ ਕੇ ਅਸੀਂ ਪ੍ਰੋਪਰ ਮੈਮੋਰੈਂਡਮ ਦੇ ਕੇ ਆਏ ਹਾਂ ਜੀ ਇਹਨੂੰ, ਕਿ ਵੀ ਤੁਸੀਂ ਇਸ ਚੀਜ਼ ਨੂੰ ਰੋਕ ਦਿਓ। ਆ ਤੁਸੀਂ ਪੜ੍ਹ ਸਕਦੇ ਹੋ, ਪ੍ਰੋਪਰ ਮੈਮੋਰੈਂਡਮ ਹੈ ਸਾਰੇ, ਉਹਦਾ ਬਾਈ ਨੇਮ ਕਿ ਤੂੰ ਕਿੱਥੇ ਕਿੱਥੇ ਕੀ ਕੰਮ ਕਰਦਾ ਪਿਆ। ਤੁਸੀਂ ਸਿੰਗਲਾ ਸਾਹਿਬ ਨੂੰ ਉਹਨਾਂ ਦੇ ਹੱਥ ਦੇ ਵਿੱਚ ਮੈਮੋਰੈਂਡਮ ਫੜਾ ਕੇ ਇਹ ਕਹਿ ਰਹੇ ਹੋ ਕਿ ਤੁਸੀਂ ਕਰਪਸ਼ਨ ਕਰ ਰਹੇ ਹੋ ਤੇ ਇਹਨੂੰ ਖੜ ਜਾਓ, ਇਹਨੂੰ ਕਰੋ ਨਾ। ਖੜ ਜਾਓ, ਨਹੀਂ ਤਾਂ ਫਿਰ ਅਸੀਂ ਤੁਹਾਨੂੰ ਟੰਗਾਂਗੇ। ਫਿਰ ਉਹ ਕੀ ਕਹਿੰਦੇ ਅੱਗੋਂ ਜੋ ਤੁਸੀਂ ਮੈਮੋਰੈਂਡਮ? ਅਸੀਂ ਤਾਂ ਸਾਨੂੰ ਤਾਂ ਸਹੁੰ ਪਾ ਦਿਓ, ਅਸੀਂ ਤਾਂ 2 ਨੰਬਰ ਦਾ ਕੰਮ ਹੀ ਨਹੀਂ ਕਰਦੇ। ਸਾਨੂੰ ਤਾਂ ਭਗਵਾਨ ਦੀ ਸਹੁੰ, ਸਾਨੂੰ ਉਹਦੀ ਸਹੁੰ, ਸਾਨੂੰ ਕਿੱਥੇ ਲੈ ਚੱਲੋ, ਅਸੀਂ ਪਬਲਿਕ ਬੁਲਾ ਲੈਂਦੇ। ਮੈਂ ਕਿਹਾ ਜੀ ਕੋਈ ਗੱਲ ਨਹੀਂ। ਅਗਲੇ ਦਿਨ 7 ਤਰੀਕ ਨੂੰ ਜੀ ਤਹਿਸੀਲਦਾਰ ਸਾਹਿਬ ਦੋਨੋਂ ਰਜਿਸਟਰੀਆਂ ਕਰਦੇ ਆ, ਜਿਹਦੇ ਵਿੱਚ 2.5-3 ਕਰੋੜ ਦਾ ਘਪਲਾ ਹੀ ਹੈ, ਸਰਕਾਰ ਦੇ ਪੈਸੇ ਖਾ ਲਏ। ਇਹ ਅਗਲੇ ਦਿਨ ਦੀ ਹੈ ਜੀ। ਪਰ ਉਹਨਾਂ ਨੇ ਜਿਹੜੀ ਚਿੱਠੀ ਲਿਖੀ ਹੈ DC ਸਾਹਿਬ ਨੂੰ ਲਿਖੀ ਉਹਨਾਂ ਨੇ ਚਿੱਠੀ, ਉਹਨਾਂ ਨੇ ਕਿਹਾ ਕਿ ਜਦ ਇੱਕ ਵਾਰੀ ਰਿਪੋਰਟ ਹੈ ਉਹਦੇ ਬਾਰੇ ਕਿਹਾ ਗਿਆ ਕਿ ਤਲਬ ਕਰਨੀ, ਉਹਨੂੰ ਲੈ ਕੇ ਆਓ, ਰਿਪੋਰਟ ਲੈ ਕੇ ਆਓ। ਉਹ ਪਹੁੰਚ ਵੀ ਗਈ ਆ ਹੁਣ ਤਾਂ। ਤੇ ਫਿਰ ਇਹ ਤਾਂ ਜਿਸ ਤਰੀਕੇ ਨਾਲ ਪ੍ਰੈਸ ਕਾਨਫਰੰਸ ਹੋ ਰਹੀ ਹੈ, ਉਹ ਕਹਿੰਦੇ ਕਿ ਜਿਸ ਤਰੀਕੇ ਨਾਲ ਮੰਤਰੀ ਸਾਹਿਬ ਆਏ ਆ, ਇਹ ਤਾਂ ਕਿਤੇ ਨਾ ਕਿਤੇ ਜਾਂਚ ਨੂੰ ਪ੍ਰਭਾਵਿਤ ਕਰਨ ਵਾਲੀ ਗੱਲ ਹੈ। ਬਿਲਕੁਲ ਜਾਂਚ ਨੂੰ ਪ੍ਰਭਾਵਿਤ ਕਰਨ ਵਾਲੀ ਗੱਲ ਨਹੀਂ ਜੀ। ਮੰਤਰੀ ਸਾਹਿਬ ਉਦੋਂ ਲੁਧਿਆਣੇ ਆਏ ਵੇ ਸੀਗੇ, ਸਾਡੀ ਉਹਨਾਂ ਨਾਲ ਗੱਲ ਹੋਈ। ਉਹ ਕਹਿੰਦੇ ਅਸੀਂ ਮੋਗੇ ਆ ਰਹੇ ਹਾਂ ਅਤੇ ਤੁਸੀਂ ਸੈਕਟਰੀਏਟ ਪਹੁੰਚੋ। ਅਸੀਂ ਵੀ ਆਪਦੀ ਟੀਮ 'ਚ ਪ੍ਰੈਸ ਦੇ 2-4 ਜਿਹੜੇ ਸਾਡੇ ਮਿੱਤਰ ਸੀਗੇ, ਜਿਹੜੇ ਸਾਡੇ CRO ਵਾਲੇ, ਪ੍ਰੈਸ ਵਾਲੇ 2 ਮੁੰਡੇ ਹੈਗੇ ਆ, ਅਸੀਂ ਵੀ ਉਹਨਾਂ ਨੂੰ ਲੈ ਕੇ ਅਸੀਂ ਉੱਥੇ ਪਹੁੰਚੇ। ਜਦੋਂ ਅਸੀਂ ਉੱਥੇ ਪਹੁੰਚਦੇ ਹਾਂ ਜੀ ਤੇ DC ਤੇ ਤਹਿਸੀਲਦਾਰ ਸਾਹਿਬ ਨੂੰ ਜਿੰਪਾ ਜੀ ਸਿਰਫ 2 ਕੁਐਸਚਨ ਪੁੱਟ ਕਰਦੇ ਆ, ਇਹ ਮੇਰੇ ਭਾਈ ਤੂੰ ਇਹਨੂੰ ਰੈਜ਼ੀਡੈਂਸ਼ੀਅਲ 'ਚ ਕਿਉਂ ਕੀਤਾ, ਤੂੰ ਇਹਨੂੰ ਕਮਰਸ਼ੀਅਲ 'ਚ ਕਿਉਂ ਨਹੀਂ ਕੀਤਾ? ਉਹ ਉੱਥੇ ਕਹਿੰਦਾ ਜੀ, ਕਹਿੰਦਾ ਨਹੀਂ ਜੀ ਮੈਨੂੰ ਪਤਾ ਨਹੀਂ ਲੱਗਿਆ, ਕਾਗਜ਼ਾਂ 'ਚ ਹੋ ਜਾਇਆ ਸਰ। ਇਹ ਵਰਡਿੰਗ ਸੀਗੀਆਂ। 200 ਬੰਦਾ ਗਵਾਹ ਹੈ ਜੀ, ਤੁਸੀਂ ਮੋਗੇ ਆ ਜਾਓ। ਉਹੀ ਜਿੰਨੇ ਬੰਦੇ ਫੋਟੋਆਂ 'ਚ ਹੈਗੇ ਅਸੀਂ ਸਾਰੇ ਇਕੱਠੇ ਕਰ ਦਿਆਂਗੇ ਸੈਕਟਰੀਏਟ 'ਚ, ਜਿੰਨੇ ਖੜੇ ਆਮ ਪਬਲਿਕ ਸੀਗੀ ਸੁਵਿਧਾ ਕੇਂਦਰ ਵਾਲੀ, ਸਾਰੇ ਇਕੱਠੇ ਕਰ ਦਿਆਂਗੇ। ਉਹਨੂੰ ਕੋਈ ਬਦਤਮੀਜ਼ੀ ਜਿੰਪਾ ਜੀ ਨੇ ਨਹੀਂ ਕੀਤੀ। ਹਾਂ, ਜਿੰਪਾ ਜੀ ਨੇ ਮੈਂ ਸੂਸਾ ਬੜਾ ਇੱਕ ਸਧਾਰਨ ਜਿਹਾ ਸਵਾਲ ਹੈ, ਉਹ ਇਹ ਹੈ ਕਿ ਜਦੋਂ ਰਿਪੋਰਟ ਦੀ ਗੱਲ ਚੱਲ ਰਹੀ ਕਿ ਰਿਪੋਰਟ ਬਣੇਗੀ, ਤਿਆਰ ਹੋਏਗੀ, ਤਮਾਮ ਜਿਨ੍ਹਾਂ ਦੀ ਡਿਊਟੀ ਲੱਗੀ ਰਿਪੋਰਟ ਤਿਆਰ ਕਰਨ ਲਈ, ਤੁਹਾਡੀ ਇੰਨੀ ਬੇਸਬਰੀ ਕਿਉਂ ਕਿ ਤੁਸੀਂ ਕਿ ਪ੍ਰੈਸ ਕਾਨਫਰੰਸ ਕਰਦੀ ਹੈ? ਰਿਪੋਰਟ ਦਾ ਇੰਤਜ਼ਾਰ ਤਾਂ ਕੀਤਾ ਹੀ ਜਾ ਸਕਦਾ ਹੈਗਾ। ਕਿ ਮੰਤਰੀ ਸਾਹਿਬ ਤੇ ਯਕੀਨ ਘੱਟ ਹੈ? ਨਹੀਂ ਜੀ, ਮੈਂ ਦੱਸਦਾ ਜੀ, ਕਿਉਂਕਿ ਜਿਹੜਾ ਦੁੱਧ ਨਾਲ ਮੂੰਹ ਸੜਿਆ ਹੋਵੇ ਨਾ, ਬੰਦਾ ਮੁੜ ਕੇ ਲੱਸੀ ਵੀ ਫੂਕ ਮਾਰ ਕੇ ਪੀਂਦਾ। ਅਸੀਂ ਆਲਰੇਡੀ 8 ਤਰੀਕ ਨੂੰ ਇਹ ਮੈਟਰ ਤੇ ਪ੍ਰੈਸ ਕਾਨਫਰੰਸ ਮੋਗੇ ਕਰ ਚੁੱਕੇ ਸੀ। ਠੀਕ ਹੈ ਜੀ। ਕੁਛ ਮੈਂ ਗੱਲ ਪਤਾ ਕਿ ਸੂ ਸਾਹਿਬ ਮੈਨੂੰ ਥੋੜੀ ਕੰਟਰਾਡਿਕਸ਼ਨ ਲੱਗਦੀ ਹੈ। ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਮੈਨੂੰ ਮੰਤਰੀ ਸਾਹਿਬ ਤੇ ਯਕੀਨ ਵੀ ਹੈਗਾ, ਦੂਜੇ ਪਾਸੇ ਤੁਸੀਂ ਇਹ ਵੀ ਕਹਿ ਦਿੰਦੇ ਹੋ ਕਿ ਜਿਹਦਾ ਦੁੱਧ ਨਾਲ ਮੂੰਹ ਸੜਿਆ ਉਹ ਲੱਸੀ ਨੂੰ ਵੀ ਫੂਕ ਮਾਰ ਕੇ ਪੀਂਦਾ। ਇਹ ਕੰਟਰਾਡਿਕਟ ਕਰਦੀਆਂ ਆਪਸ ਦੇ ਵਿੱਚ ਗੱਲਾਂ। ਰਿਪੋਰਟ ਦਾ ਮੈਂ ਦੱਸਦਾ ਜੀ, ਤੁਸੀਂ ਮੇਰੀ ਗੱਲ ਪੂਰੀ ਹੋ ਲੈਣ ਦਿਓ, ਮੈਂ ਤੁਹਾਨੂੰ ਪੂਰੇ ਕਨਕਲੂਜਨ 'ਤੇ ਆਉਣਾ ਜੀ। ਅਸੀਂ 8 ਤਰੀਕ ਨੂੰ ਪ੍ਰੈਸ ਕਾਨਫਰੰਸ ਕੀਤੀ ਮੋਗੇ, DC ਸਾਹਿਬ ਨੂੰ ਆ ਮੈਮੋਰੈਂਡਮ ਦੇਣ ਤੋਂ ਬਾਅਦ 8 ਨੂੰ ਪ੍ਰੈਸ ਕਾਨਫਰੰਸ ਕੀਤੀ ਸੀ। ਉਹਦੇ ਵਿੱਚ ਜਿਹੜੀ ਸਾਨੂੰ ਆਊਟਪੁੱਟ ਸੀਗੀ ਉਹਦੀ ਨਿਊਜ਼ ਦੀ, ਉਹ ਨਹੀਂ ਮਿਲੀ, ਕਿਉਂਕਿ ਕੁਝ ਬੰਦੇ ਦੂਜੇ ਪਾਸੇ ਚਲੇ ਗਏ, ਨਿਊਜ਼ ਨਹੀਂ ਲੱਗੀ। ਉਸ ਤੋਂ ਬਾਅਦ 8 ਨੂੰ ਪ੍ਰੈਸ ਕਾਨਫਰੰਸ ਮੈਂ ਕਰ ਰਿਹਾ, 9 ਨੂੰ ਤਹਿਸੀਲਦਾਰ ਦਾ ਰਿਸ਼ਤੇਦਾਰ ਮੈਨੂੰ ਰਿਸ਼ਵਤ ਦੇਣ ਮੇਰੇ ਆਫਿਸ 'ਚ ਆ ਜਾਂਦਾ, ਉਹਦੀ ਵੀਡੀਓ ਅਸੀਂ ਭੇਜੀ ਹੋਈ ਹੈ ਸਾਰੇ ਮੀਡੀਆ ਨੂੰ, ਉਹ ਆ ਜਾਂਦਾ ਜੀ। ਉਸ ਤੋਂ ਬਾਅਦ ਜਿੰਪਾ ਜੀ, ਜਿਹੜਾ ਤੁਸੀਂ ਸਾਰੇ ਜਿੰਪਾ ਜੀ 'ਤੇ ਆਰੋਪ ਲੱਗ ਰਿਹਾ ਵੀ ਜਿੰਪਾ ਜੀ ਨੇ ਐਂ ਕੀਤਾ, ਐਕਚੁਅਲ ਜਿੰਪਾ ਜੀ ਨੇ 2 ਦਿਨ ਦਿੱਤੇ ਸੀ DC ਸਾਹਿਬ ਨੂੰ, ਬਈ 2 ਦਿਨਾਂ ਦੇ ਵਿੱਚ ਮੈਨੂੰ ਇਹ ਰਿਪੋਰਟ ਦਿਓ। ਜਦੋਂ 2 ਦਿਨ ਨਿਕਲ ਗਏ, ਤੀਜੇ ਦਿਨ ਉਹ ਮੌਕੇ ਆਏ। ਇਹ ਕੋਈ ਗੱਲ ਨਹੀਂ ਕਰਦਾ ਪਿਆ ਵੀ 2 ਦਿਨ DC ਨੂੰ ਦਿੱਤੇ ਸੀਗੇ, ਵੀ DC ਨੇ 2 ਦਿਨ 'ਚ ਰਿਪੋਰਟ ਨਹੀਂ ਦਿੱਤੀ, ਤੀਜੇ ਦਿਨ ਮੰਤਰੀ ਨੂੰ ਮੋਗੇ ਆਉਣਾ ਪਿਆ। ਠੀਕ ਹੈ ਜੀ, ਇਹ ਤਾਂ ਫੈਕਟ ਆ ਨਾ। ਜੋ 2 ਦਿਨ ਤੁਸੀਂ ਰਿਪੋਰਟ ਨਹੀਂ ਦੇ ਰਹੇ, ਤੀਜੇ ਦਿਨ 20 ਨੂੰ ਆਉਂਦੇ ਮੋਗੇ, ਸ਼ਾਮ ਹੋ ਜਾਂਦੀ 5 ਵਜੇ, 3 ਘੰਟੇ ਰਹਿੰਦੇ ਉਹ। 3 ਘੰਟੇ ਦੇ ਬਾਅਦ DC ਸਾਹਿਬ ਕਹਿੰਦੇ ਸਰ ਤੁਸੀਂ ਵੇਟ ਕਰ ਲਓ ਜੀ 2 ਘੰਟੇ 'ਚ। ਕਹਿੰਦੇ ਕੋਈ ਗੱਲ ਨਹੀਂ, 5 ਵੱਜ ਗਏ, ਤੁਸੀਂ ਕੱਲ੍ਹ ਨੂੰ ਮੈਨੂੰ 21 ਤਰੀਕ ਨੂੰ ਰਿਪੋਰਟ ਦੇ ਦਿਓ। ਉਹ ਵੀ ਰਿਪੋਰਟ ਕੱਲ੍ਹ ਰਾਤ ਨੂੰ ਕਿ ਅੱਜ ਸਵੇਰੇ FCR ਨੂੰ ਉਹਨਾਂ ਨੇ ਭੇਜੀ ਹੈ।
ਜਿਹੜਾ ਮੈਨੂੰ ਹੁਣ ਸਵੇਰੇ ਮੋਗੇ ਤੋਂ ਚੱਲਣ ਲੱਗੇ ਪਤਾ ਲੱਗਿਆ ਜੀ। ਉਹ 'ਚ ਡੀਸੀ ਸਾਹਿਬ ਨੇ ਆਈ ਥਿੰਕ ਕਹਿੰਦੇ ਜੀ 25,000 ਦਾ ਫਰਕ ਹੈ ਜੀ ਸਟਾਂਪ ਡਿਊਟੀ 'ਚ। ਭਾਵੇਂ ਭਾਈ ਸਾਹਿਬ 1 ਰੁਪਏ ਦਾ ਹੀ ਫਰਕ ਹੋਵੇ ਸਟਾਂਪ ਡਿਊਟੀ ਦੇ ਵਿੱਚ, ਚੋਰੀ ਤਾਂ ਚੋਰੀ ਆ ਨਾ। ਆ ਮੈਂ ਤੁਹਾਡਾ ਮੋਬਾਈਲ ਲੈ ਕੇ ਭੱਜਾਂ ਹੈ ਨਾ, ਗੇਟ ਤੋਂ ਮੈਂ ਫੇਰ ਆ ਕੇ ਰੱਖਦਾ, ਚੋਰੀ ਤਾਂ ਕਰ ਗਿਆ ਨਾ ਜੀ। ਇਹ ਕੀ ਗੱਲ ਹੋਈ ਕਿ ਵੀ ਹਾਂਜੀ ਹੁਣ ਇਹਨਾਂ ਤੋਂ ਅਸੀਂ ਪੈਸੇ ਵੀ ਭਰਾ ਰਹੇ ਹਾਂ। ਜਿਹੜਾ ਰਿਪੋਰਟ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਕਹਿਣਾ ਦੱਸ ਰਹੇ ਹੋ ਕਿ 25,000 ਦਾ ਫਰਕ ਹੈ, ਲੇਕਿਨ ਤੁਸੀਂ ਤਾਂ ਫਰਕ ਜ਼ਿਆਦਾ ਗਿਣਾਉਂਦੇ ਪਏ। ਮੈਂ ਇਹਨੂੰ ਅਫੀਸ਼ੀਅਲੀ ਨਹੀਂ ਮੈਨੂੰ ਪਤਾ ਵੀ ਉਹਨਾਂ ਨੇ ਕੀ ਲਿਖਿਆ ਰਿਪੋਰਟ, ਕਿਉਂਕਿ ਐਜ਼ ਏ ਕੰਪਲੇਂਟਰ ਮੈਂ ਮੰਡੇ ਨੂੰ ਉਹਨਾਂ ਤੋਂ ਰਿਪੋਰਟ ਲਊਂਗਾ, ਕੋਈ ਗੱਲ ਤਾਂ ਛੁੱਟੀ ਹੈ ਜੀ। ਮੈਂ ਸਵਾਲ ਤੇ ਦੁਬਾਰਾ ਆਉਣਾ, ਕਿਉਂਕਿ ਸਵੇਰੇ ਜੋ ਸਾਨੂੰ ਪੱਤਰਕਾਰਾਂ ਨੂੰ ਮੈਸੇਜ ਮਿਲਿਆ ਸੀਗਾ ਉਹਦੇ 'ਚ ਸਾਫ਼ ਤੌਰ 'ਤੇ ਲਿਖਿਆ ਸੀਗਾ ਕਿ ਮੰਤਰੀ ਸਾਹਿਬ ਦੇ ਖਿਲਾਫ ਕਿਤੇ ਨਾ ਕਿਤੇ ਪ੍ਰੈਸ ਕਾਨਫਰੰਸ ਸਵਾਲ ਲਓ। ਉਸ ਤੋਂ ਬਾਅਦ ਮੰਤਰੀ ਸਾਹਿਬ ਤੁਹਾਡੇ ਕੋਲ ਮੋਗੇ ਵੀ ਆਏ, ਤੁਹਾਨੂੰ ਆਸ਼ਵਾਸਨ ਦੇ ਕੇ ਗਏ ਕਿ ਜੀ ਪੂਰਨ ਤਰੀਕੇ ਦੇ ਨਾਲ ਕਾਰਵਾਈ ਹੋਏਗੀ। ਫਿਰ ਤੁਸੀਂ ਮੋਗਿਓ ਚੰਡੀਗੜ੍ਹ ਆ ਗਏ, ਪ੍ਰੈਸ ਕਾਨਫਰੰਸ ਕਰਤੀ। ਇਹ ਕਿੱਥੇ ਕਿੱਥੇ ਰਹਿ ਗਿਆ? ਕੋਈ ਟਰਸਟ ਬਿਲਡਿੰਗ ਇਸ਼ੂ ਹੈ? ਨਹੀਂ, ਮੈਨੂੰ ਮੋਗੇ ਦੀ ਪ੍ਰੈਸ ਤੋਂ ਟਰਸਟ ਬਿਲਡਿੰਗ ਇਸ਼ੂ ਸੀਗਾ, ਮੰਤਰੀ ਸਾਹਿਬ ਤੋਂ ਤਾਂ ਨਹੀਂਗਾ। ਮੰਤਰੀ ਸਾਹਿਬ ਤੋਂ ਬਿਲਕੁਲ ਨਹੀਂ ਸੀਗਾ। ਉਹਨਾਂ ਤੇ ਯਕੀਨ ਰੱਖਣਾ ਚਾਹੀਦਾ ਸੀ ਤੁਸੀਂ ਪ੍ਰੈਸ ਕੋ। ਨਹੀਂ ਮੈਂ ਦੱਸਦਾ ਸਰ, ਤੁਸੀਂ ਪੂਰੀ ਗੱਲ ਤੇ ਆਓ ਨਾ। ਕੱਲ 2 ਚੈਨਲਸ 'ਤੇ ਬਹੁਤ ਨੈਗੇਟਿਵ ਨਿਊਜ਼ ਲੱਗੀ ਤਹਿਸੀਲਦਾਰ ਦੇ ਹੱਕ 'ਚ। ਸਾਨੂੰ ਇਹ ਗੱਲ ਦਾ ਵੀ ਹੋਇਆ ਯਾਰ ਕਿ ਵੀ ਇਹ ਬੰਦਾ ਚੋਰ ਹੈ ਔਰ ਇਹੀ ਬੰਦਾ ਆਰੋਪ ਲਾ ਰਿਹਾ ਸਾਰਿਆਂ ਤੇ, ਠੀਕ ਹੈ। ਉਸ ਲਈ ਫਿਰ ਜਦੋਂ ਅਸੀਂ ਸਵੇਰੇ ਤੇ ਮੈਸੇਜ ਕੀਤਾ ਪ੍ਰੈਸ ਇਹਨੂੰ ਬੁਕਿੰਗ ਵਾਸਤੇ, ਤਾਂ ਮੇਬੀ ਕੋਈ ਮੈਸੇਜ ਕਨਵੇ ਹੋਣ 'ਚ ਕੋਈ ਪ੍ਰੋਬਲਮ ਰਹਿ ਗਈ, ਜੋ ਜਾਂ ਕੌਮੇ ਦੀ ਜਾਂ ਪਹਿਰੇ ਦੀ ਕੋਈ ਗਲਤੀ ਇਹਨਾਂ ਤੋਂ ਰਹਿ ਗਈ ਹੈ ਨਾ, ਉਹ ਇੱਥੇ ਪ੍ਰੋਬਲਮ ਹੋ ਸਕਦੀ ਹੈ। ਕਿਉਂਕਿ ਅਸੀਂ ਜਿਹੜਾ ਮੈਸੇਜ ਕਨਵੇ ਕੀਤਾ ਸੀਗਾ ਅਸੀਂ, ਕਿਉਂਕਿ ਆ ਜਿਹੜਾ ਅਸੀਂ ਸਿਸਟਮ ਲਿਆ, ਦੇਖੋ ਨਾ ਤਾਂ ਮੇਰਾ ਮੰਤਰੀ ਜੀ ਰਿਸ਼ਤੇਦਾਰ ਹੈ, ਨਾ ਮੇਰਾ ਤਹਿਸੀਲਦਾਰ ਰਿਸ਼ਤੇਦਾਰ ਹੈ, ਠੀਕ ਹੈ ਜੀ ਨਾ। ਅਸੀਂ ਤਾਂ ਅੱਗੇ ਵੀ ਇਹੋ ਜਿਹੇ ਮੁੱਦੇ ਬਹੁਤ ਉਠਾਏ ਆ ਜੀ। ਕਈ ਮੁੱਦਿਆਂ 'ਤੇ ਅਸੀਂ ਹਾਈ ਕੋਰਟ 'ਚ ਹੈ, ਕੋਈ ਮੋਗੇ ਸੈਸ਼ਨ ਕੋਰਟ ਦੇ ਵਿੱਚ ਹੈ, ਕਈ ਮੁੱਦਿਆਂ 'ਤੇ ਸਾਨੂੰ ਪ੍ਰਸ਼ਾਸਨ ਨੇ ਸਨਮਾਨਿਤ ਕੀਤਾ ਜੀ ਹੈ ਨਾ। ਪਿਛਲੀ ਵਾਰ ਵੀ 15 ਅਗਸਤ ਨੂੰ ਮੈਨੂੰ ਸਾਡੇ CRO ਨੂੰ ਸਨਮਾਨਿਤ ਕੀਤਾ ਗਿਆ ਜੀ ਕਾਊਂਸਲਸ ਦੇ ਮੁੱਦੇ 'ਤੇ। ਅਸੀਂ ਇਹ ਕੰਮ ਕਰਦੇ ਹਾਂ ਜੀ, ਅਸੀਂ ਕੰਜ਼ਿਊਮਰ ਨੂੰ ਅਵੇਅਰ ਵੀ ਕਰਦੇ ਹਾਂ ਉਹਨਾਂ ਦੇ ਰਾਈਟਸ ਐਂਡ ਡਿਊਟੀਜ਼ ਬਾਰੇ। ਪਰ ਜਿੱਥੇ ਸਰਕਾਰੀ ਅਫਸਰ ਇਹੋ ਜਿਹੇ ਕੰਮ ਕਰਦੇ ਆ ਜੀ, ਅਸੀਂ ਉਹਨਾਂ ਦੇ ਮਗਰ ਵੀ ਪੈਂਦੇ ਹਾਂ। ਅਸੀਂ ਇਹ ਨਹੀਂ ਕਿ ਵੀ ਅਸੀਂ ਇਕੱਲੇ ਹੀ, ਸਾਡੇ 'ਤੇ ਬੜੇ ਆਰੋਪ ਲੱਗਦੇ। ਮੈਨੂੰ ਮੰਤਰੀ ਜਦ ਸਵੇਰੇ ਕਹਿ ਰਹੇ ਸੀ, ਕਹਿੰਦੇ ਪੰਕਜ ਉਹ ਕਹਿੰਦੇ ਯਾਰ ਇਹ ਬੰਦਾ ਨਹੀਂ ਠੀਕ। ਮੈਂ ਕਿਹਾ ਜੀ ਜ਼ਬਾਨ ਛੱਡੀ ਨਹੀਂ ਹੁੰਦੀ ਜੀ, ਜਿਹਨੇ ਬੋਲਣਾ ਬੋਲੇ। ਤੇ ਮੈਂ ਕਿਹਾ ਅੱਜ ਵੀਡੀਓ ਲੀਕ ਕਰਾਂਗੇ। ਅੱਜ ਮੈਂ SSP ਸਾਹਿਬ ਨੂੰ ਕੱਲ ਕੰਪਲੇਂਟ ਦਿੱਤੀ ਸੀ ਜੀ, ਅੱਜ SSP ਨੂੰ ਅਸੀਂ ਵੀਡੀਓ ਭੇਜਤੀ ਹੈ। ਉਹ ਵੀਡੀਓ ਮੈਂ ਸਿਰਫ ਸਟੇਟ ਮੀਡੀਆ ਵਾਸਤੇ ਰੱਖੀ ਸੀ, ਜਿਹੜੀ ਅੱਜ ਤੁਹਾਨੂੰ ਭੇਜੀ ਉਹ ਰਿਸ਼ਵਤ ਵਾਲੀ। ਇਹ ਵੀ ਤੁਸੀਂ ਵੱਡੀ ਗੱਲ ਕਹਿ ਗਏ ਕਿ ਮੰਤਰੀ ਸਾਹਿਬ ਤੁਹਾਨੂੰ ਕਹਿੰਦੇ ਕਿ ਤੁਸੀਂ ਠੀਕ ਨਹੀਂ ਹੈਗੇ, ਲੋਕ ਉਹਨਾਂ ਨੂੰ ਕਹਿੰਦੇ ਆ ਕੇ। ਇਹ ਕੌਣ ਲੋਕ ਨੇ? ਤੁਸੀਂ ਗੱਲ ਨਹੀਂ ਸਮਝਦੇ। ਜਿਹੜੇ ਮੈਨੂੰ ਖਰੀਦਣ ਆ ਕੇ ਮੰਤਰੀ ਜੀ ਕੋਲ ਵੀ ਤਾਂ ਬੰਦੇ ਭੇਜੇ ਹੋਣੇ ਆ। ਤੁਸੀਂ ਮੰਤਰੀ ਜੀ ਨੂੰ ਪੁੱਛੋ, ਉਹ ਮੈਨੂੰ ਸਵੇਰੇ ਦੱਸ ਕਹਿੰਦੇ ਯਾਰ ਮੇਰੇ ਕੋਲ ਬੰਦੇ ਭੇਜੀ ਜਾਂਦੇ, ਉਹ ਦੱਸ ਕਹਿੰਦੇ ਇੰਨੇ ਕਰਪਟ ਆ, ਉਹਨਾਂ ਨੂੰ ਅਕਲ ਨਹੀਂ ਵੀ ਮੈਂ ਮੋਗੇ ਉਹਨਾਂ ਨੂੰ ਡਾਂਟ ਕੇ ਆਇਆ, ਸਭ ਕੁਝ ਕਰਕੇ ਆਇਆ, ਇਨਕੁਆਇਰੀ ਲਵਾ ਕੇ ਆਇਆ। ਕਹਿੰਦਾ ਮੇਰੇ ਕੋਲ, ਕਹਿੰਦਾ ਮੈਨੂੰ ਅਪਰੋਚ ਕਰੀ ਜਾਂਦੇ ਬੰਦੇ। ਅਪਰੋਚ ਮਤਲਬ ਕਿ ਉਹਨਾਂ ਨੂੰ ਖਰੀਦਣ ਲਈ? ਯੈਸ। ਉਹ ਬਾਈ ਜੀ ਇੱਕ ਤੁਸੀਂ ਗੱਲ ਨਹੀਂ ਸਮਝਦੇ। ਪੰਜਾਬ ਦੇ ਮਾਲ ਮੰਤਰੀ ਨੂੰ ਖਰੀਦਣ ਲਈ ਲੋਕ ਅਪਰੋਚ ਕਰ ਰਹੇ ਉਹਨਾਂ ਨੂੰ। ਤੁਸੀਂ ਇਹ ਦੇਖੋ 2-2.5 ਕਰੋੜ ਦਾ ਤਾਂ ਇੱਕ ਪ੍ਰਾਪਰਟੀ ਜੀ ਘਪਲਾ ਹੈ, ਤੇ ਤੁਸੀਂ ਇਹ ਦੇਖੋ ਵੀ ਕਿੱਡਾ ਵੱਡਾ ਘਪਲਾ ਹੈ। ਮੈਂ ਤੁਹਾਡੇ ਇੱਕ ਪਹਿਲਾਂ ਵਾਲੇ ਜਦੋਂ ਤੁਸੀਂ ਇੰਟਰੋਡਕਸ਼ਨ ਦੇ ਰਹੇ ਤੁਸੀਂ ਕਿਹਾ ਸਾਰੇ ਤਹਿਸੀਲਦਾਰ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਮੈਂ ਪ੍ਰਵੀਨ ਕੁਮਾਰ ਸਿੰਗਲਾ ਕਹਿ ਰਿਹਾ। ਇਹਦਾ ਮੈਂ ਫੜਿਆ, ਜੇ ਹੋਰਾਂ ਦਾ ਫੜੂੰਗਾ ਫੇਰ ਕਰੂੰਗਾ ਅੱਗੇ। ਜਿਹਦਾ ਫੜਿਆ ਉਹਦੇ ਬਾਰੇ ਹੀ ਬੋਲੂੰਗਾ, ਹੋਰ ਕਿਸੇ ਬਾਰੇ ਨਹੀਂ ਬੋਲਾਂਗੇ। ਲੋਕ ਤੁਹਾਡੇ ਬਾਰੇ ਐਂ ਕਿਉਂ ਕਹਿੰਦੇ ਪਏ ਜਿਵੇਂ ਤੁਸੀਂ ਕਹਿ ਰਹੇ? ਮਹਾਰਾਜ ਹੁਣ ਜ਼ਬਾਨ ਹੈ, ਜ਼ਬਾਨ ਦੀ ਹੱਡੀ ਹੈਗੀ ਆ ਹੈ ਨਾ। ਜੇ ਤਾਂ ਮੈਂ ਬਿਲਕੁਲ ਹੀ ਹੋਊਂਗਾ ਤਾਂ ਫਿਰ ਮੈਂ ਭਗਵਾਨ ਹੋਊਂਗਾ, ਠੀਕ ਹੈ ਨਾ, ਭਗਵਾਨ ਹੋਊਂਗਾ। ਫਿਰ ਮੈਂ ਐਡਾ ਵੱਡਾ ਘਟਾਲਾ ਜਿੰਨੇ ਮਰਜ਼ੀ ਪੈਸੇ ਲੈ ਲਾਂ ਮੈਂ। ਤੁਹਾਨੂੰ ਇਹ ਪ੍ਰੈਸ ਕਾਨਫਰੰਸ ਤੇ ਆਪਣੀ ਯਕੀਨ ਹੈ, ਮੰਤਰੀ ਸਾਹਿਬ ਦੇ ਆਉਣ ਤੇ ਯਕੀਨ ਹੈ, ਜਿਹੜੀ ਰਿਪੋਰਟ ਤਿਆਰ ਹੋਈ ਹੈ ਕਿਤੇ ਯਕੀਨ ਕੀ ਦਿੱਤੇ ਤੁਹਾਨੂੰ? ਮੈਨੂੰ ਸਾਡੇ ਲੋਕਲ ਮੀਡੀਆ ਤੇ ਯਕੀਨ ਨਹੀਂ ਸੀਗਾ ਜੀ, ਕਿਉਂਕਿ ਆਲਰੇਡੀ ਕੱਲ ਜਿਹੜੀ ਖਬਰਾਂ ਲੱਗੀਆਂ ਉਹਨਾਂ ਦੇ ਜਿਹੜਾ ਲਾਈਵ ਮੀਡੀਆ ਨੇ ਤਾਂ ਰਿਪੋਰਟ ਨਹੀਂ ਦੇਣੀ ਸੀ, ਰਿਪੋਰਟ ਤਾਂ ਉੱਥੋਂ ਦੇ ਅਫਸਰਾਂ ਨੇ ਦੇਣੀ ਹੈ। ਮੈਂ ਦੱਸਦਾ ਜੀ, ਤੁਸੀਂ ਇਸ ਗੱਲ ਨੂੰ ਹੁਣ ਘੁਮਾ ਰਹੇ ਹੋ, ਚਲੋ ਕੋਈ ਗੱਲ ਨਹੀਂ ਹੈ ਨਾ। ਕਿਉਂਕਿ ਜਦੋਂ ਅਸੀਂ ਅਨੋਇਡ ਹੋ ਗਏ ਜੀ ਬਹੁਤ ਜ਼ਿਆਦਾ, ਅਸੀਂ ਆਪਦੀ ਜਾਨ ਤੇ ਗੇਲ ਕੇ ਆ ਕੰਮ ਕਰ ਰਹੇ ਹਾਂ ਜੀ, ਠੀਕ ਹੈ। ਇਹ ਪੰਕਜ ਸੂਦ ਦੇ ਪੈਸੇ ਤਾਂ ਖਾਦੇ ਨਹੀਂ ਨਾ CRO ਦੇ ਮੇਰੇ ਹੋਰ ਮੈਂਬਰਾਂ ਦੇ ਖਾਦੇ, ਆਪਣੇ ਸਾਰਿਆਂ ਦੇ ਖਾਦੇ ਆ, ਆਪਣੇ ਸਾਰਿਆਂ ਦੇ ਹੀ ਹੈ। ਆਪਣੇ ਦੀ ਖਰਚ ਹੋਣੇ ਸੀਗੇ ਕਿ ਇਕੱਲੇ ਭਗਵੰਤ ਮਾਨ ਨੇ ਖਰਚ ਲੈਣੇ ਸੀਗੇ, ਇਕੱਲੇ ਕਿਸੇ ਹੋਰ ਨੇ ਖਰਚ ਲੈਣੇ? ਰਿਪੋਰਟ ਦੱਸੇਗੀ ਨਾ, ਅਫਸਰਾਂ ਦੀ ਡਿਊਟੀ ਲੱਗੀ ਹੈ। ਅਸੀਂ ਕਹਿ ਰਹੇ ਹਾਂ ਜੀ, ਹੁਣ DC ਕਹਿੰਦਾ 6,45,000 ਰੇਟ ਪ੍ਰਾਪਰਟੀ ਦਾ ਪਾਇਆ, 6,45,000 ਨਾਲ ਸਟੈਂਪ ਡਿਊਟੀ ਤਾਂ ਹੋਰ ਵੱਧ ਗਈ, 2-2.25 ਕਰੋੜ ਤੱਕ ਚਲੀ ਜਾਣੀ ਹੈ ਜੀ। ਫਿਰ ਮੈਂ ਤਾਂ 5-70 ਮਿਨੀਮਮ ਲਾ ਕੇ ਦੱਸ ਰਿਹਾ ਸੀ। ਤੁਸੀਂ ਇਹ ਦੇਖੋ ਵੀ ਇਹ ਮੈਟਰ ਜਾ ਕਿੱਧਰ ਨੂੰ ਰਿਹਾ। ਅੱਛਾ, ਫਿਰ ਜਦੋਂ ਸਾਡਾ ਲੋਕਲ ਮੀਡੀਆ, ਜਿਹੜਾ ਤੁਸੀਂ ਵਿਸਫੋਟ ਇੱਥੇ ਕੀਤਾ, ਤੁਹਾਨੂੰ ਲੱਗਦਾ ਰਿਪੋਰਟ 'ਚ ਵੀ ਉਹੀ ਵਿਸਫੋਟ ਹੋਏਗਾ? ਬਿਲਕੁਲ ਇਹੀ ਹੋਏਗਾ ਜੀ। ਅੱਜ ਮੰਤਰੀ ਦਾ ਹੁਣ ਆਈ ਥਿੰਕ ਉਹਨੇ ਮੈਨੂੰ ਦੱਸਿਆ ਜੀ, ਲਾਈਵ ਚੱਲ ਰਿਹਾ, ਸਾਨੂੰ ਮੋਗੇ ਤੋਂ ਫੋਨ ਆਇਆ ਸੀਗਾ, ਉਹ ਮੰਤਰੀ ਜੀ ਨੇ ਲਾਈਵ ਇੰਟਰਵਿਊ ਜ਼ੀ ਨਿਊਜ਼ 'ਤੇ ਉਹਨਾਂ ਦਾ ਇੰਟਰਵਿਊ ਚੱਲ ਰਹੀ ਹੈ। ਐਂਡ ਉਹ ਕਹਿੰਦੇ ਜੀ ਮੇਰੀ ਸ਼ਿਕਾਇਤ ਕੀਤੀ ਹੈ ਕਿਸੇ ਨੇ, ਤਹਿਸੀਲਦਾਰ ਨੇ, ਵਧੀਆ ਹੋ ਗਿਆ। ਇਹੋ ਜਿਹੇ ਤਹਿਸੀਲਦਾਰ ਨੂੰ ਤਾਂ ਟੰਗਣਾ ਜ਼ਰੂਰੀ ਹੈ ਜਿਹੜੇ ਰਿਸ਼ਵਤ ਲੈਂਦੇ ਆ ਜਾਂ ਸਰਕਾਰ ਦੀ ਸਟੈਂਪ ਡਿਊਟੀ ਦੀ ਚੋਰੀ ਕਰਦੇ ਆ। ਮੰਤਰੀ ਜੀ ਮੋਗੇ ਸਪਸ਼ਟ ਕਹਿ ਕੇ ਆਏ ਸੀਗੇ, ਤੁਸੀਂ ਜ਼ੀ ਨਿਊਜ਼ ਦੀ ਇੱਕ ਮੈਂ ਤੁਹਾਨੂੰ ਕਲਿੱਪ ਭੇਜ ਦੂੰਗਾ, ਉਹ 'ਚ ਕਹਿ ਕੇ ਆਏ ਆ, ਕਹਿੰਦੇ ਮੈਨੂੰ ਪੰਕਜ ਸੂਦ ਨੇ ਬੁਲਾਇਆ, ਜੇ ਤਾਂ ਤਹਿਸੀਲਦਾਰ ਦੋਸ਼ੀ ਨਿਕਲਿਆ ਇਹਨੂੰ ਸਜ਼ਾ ਦਊਂਗਾ, ਤੇ ਜੇ ਪੰਕਜ ਸੂਦ ਦੋਸ਼ੀ ਹੋਇਆ ਪੰਕਜ ਸੂਦ ਨੂੰ ਵੀ ਅਸੀਂ ਖਿੱਚਾਂਗੇ। ਉਹ ਸਪੈਸ਼ਲ ਔਰ ਔਨ ਦਾ ਰਿਕਾਰਡ ਬੋਲ ਕੇ ਆਏ ਆ ਉਹ।
ਮੈਂ ਉਹਨਾਂ ਨੂੰ ਕਿਹਾ ਸਿੰਗਲਾ ਸਾਹਿਬ ਦੀ ਜਿਹੜੀ ਸ਼ਿਕਾਇਤ ਹੈ ਉਹ ਇਹ ਹੈ ਕਿ ਜਿਹੜਾ ਮਾਮਲਾ ਚਾਰ ਦੀਵਾਰੀ ਦੇ ਵਿੱਚ ਬੈਠ ਕੇ ਰਿਪੋਰਟ ਤਿਆਰ ਹੋਣੀ ਚਾਹੀਦੀ, ਜਿਹੜੇ ਸਵਾਲ ਜਵਾਬ ਚਾਰ ਦੀਵਾਰੀ ਦੇ ਵਿੱਚ ਬਹਿ ਕੇ ਹੋਣੇ ਚਾਹੀਦੇ ਆ, ਉਹ ਖੁੱਲ੍ਹੇਆਮ ਸ਼ਰੇਆਮ ਲੋਕਾਂ ਦੇ ਸਾਹਮਣੇ, ਪਬਲਿਕ ਸਾਹਮਣੇ, ਮੀਡੀਆ ਸਾਹਮਣੇ ਨਹੀਂ ਹੋਣੇ ਚਾਹੀਦੇ ਸੀ। ਭਾਜੀ ਫਿਰ ਜਦੋਂ ਠੱਗੀਆਂ ਸ਼ਰੇਆਮ ਮਾਰੀ ਜਾਂਦੇ ਤੇ ਫਿਰ ਸਵਾਲ ਜਵਾਬ ਵੀ ਤਾਂ ਪਬਲਿਕ ਦੀ ਕਚਹਿਰੀ 'ਚ ਹੋਣਗੇ ਜੀ। ਜਦੋਂ ਠੱਗੀਆਂ ਪਬਲਿਕ ਨਾਲ ਮਾਰਦੇ ਪਏ ਆ ਜੀ, ਏਡੀਆਂ ਪ੍ਰਾਪਰਟੀਆਂ ਨਾਲ, NRI ਦੀ ਪ੍ਰਾਪਰਟੀਆਂ ਨਾਲ, ਪ੍ਰਾਪਰਟੀਆਂ ਬਣੀਆਂ ਬਣਾਈਆਂ ਬਿਲਡਿੰਗਾਂ ਨੂੰ ਸ਼ੋਅ ਕਰਕੇ ਕਿ ਵੀ ਇਹ ਖਾਲੀ ਪਲਾਟ ਹੈ ਬਣੀਆਂ, ਇਹਦੇ ਨਾਲ ਹੀ ਇੱਕ ਪ੍ਰਾਪਰਟੀ ਹੈ ਬਿਲਡਿੰਗ ਬਣੀ ਵੀ 50 ਸਾਲ ਪੁਰਾਣਾ ਘਰ ਹੈ, ਉੱਤੇ 10 ਸਾਲ ਪੁਰਾਣਾ ਠੇਕਾਦਾਰੂ ਦਾ ਚੱਲਦਾ ਪਿਆ, ਸਭ ਤੋਂ ਪੁਰਾਣਾ ਠੇਕਾ ਸ਼ਹਿਰ ਦਾ, ਉਹ NOC ਲੈ ਕੇ ਕਾਰਪੋਰੇਸ਼ਨ ਤੋਂ ਉਹਦੀ ਰਜਿਸਟਰੀ 1.5 ਲੱਖ ਨੂੰ ਕਰਾ ਕੇ GT ਰੋਡ, ਸਭ ਤੋਂ ਮਹਿੰਗੀ ਜਗ੍ਹਾ ਸ਼ਹਿਰ ਦੀ। ਮਤਲਬ ਤੁਸੀਂ ਇਹ ਵੇਖੋ ਵੀ 5.5 ਮਹੀਨੇ 'ਚ ਕੀ ਹਲੇ ਹੋਰ ਨਿਕਲ ਸਕਦਾ। ਅੱਜ ਆਉਣ ਲੱਗਾ ਮੈਂ RTA ਪਾ ਕੇ ਆਇਆ ਜੀ ਕਿ ਵੀ ਇਹ ਤਹਿਸੀਲਦਾਰ ਨੇ ਜਿੰਨੀਆਂ ਰਜਿਸਟਰੀਜ਼ ਕੀਤੀਆਂ ਸਾਨੂੰ ਉਹਦੀਆਂ ਕਾਪੀਆਂ ਦਿੱਤੀਆਂ ਜਾਣ। ਹਲੇ 20-22 ਦਿਨ ਲਾ ਦੇਣਗੇ, 20-22 ਦਿਨ ਬਾਅਦ ਫਿਰ ਤੁਹਾਨੂੰ ਮਿਲੂੰਗਾ ਮੈਂ ਇੱਥੇ, ਫਿਰ ਆਊਂਗਾ ਤਾਂ ਸਾਰਾ ਲੈ ਕੇ ਜਿਹੜੀਆਂ ਉਹਨੇ, ਕਿਉਂਕਿ ਜੇ ਇੱਕ ਬੰਦਾ ਇੱਕ ਦਿਨ 'ਚ 38 ਰਜਿਸਟਰੀਆਂ 11 ਤਰੀਕ ਨੂੰ ਬਾਈ ਜੀ, ਨਾ ਤਾਂ ਮੈਂ 39 ਕਹਿੰਦਾ ਨਾ 37 ਕਹਿੰਦਾ, 38 ਰਜਿਸਟਰੀਆਂ 11 ਤਰੀਕ ਨੂੰ ਬਹਿ ਕੇ ਕੀਤੀਆਂ ਤਹਿਸੀਲਦਾਰ ਨੇ ਮੇਰੀ ਕੰਪਲੇਂਟ ਤੋਂ ਬਾਅਦ। ਉਹਨੂੰ ਆਫ ਡਿਊਟੀ ਨਹੀਂ ਕੀਤਾ ਕਿਸੇ ਨੇ, ਉਹ ਟਿਲ ਦਾ ਡੇਟ ਅੱਜ ਵੀ ਹੁਣੇ ਫੋਨ ਕਰ ਲਓ, ਉਹ ਬੈਠਾ ਹਲੇ ਵੀ ਰਜਿਸਟਰੀਆਂ ਕਰਦਾ। ਐਡਾ ਵੱਡਾ ਘਟਾਲਾ ਕਰਦਾ, ਕੋਈ ਅਫਸਰ ਹੈ ਨਹੀਂ ਜ਼ਿਆਦਾ, ਉਹ ਫਿਰ ਸਿਸਟਮ ਤੋਂ ਵੱਡਾ। ਚੇਨ ਲੰਬੀ ਆ, ਬੜੀ ਲੰਬੀ ਚੇਨ ਹੈ ਜੀ ਇਹਨਾਂ ਦਾ, ਇਹ ਏਡੀ ਕੁ ਲੰਬੀ ਚੇਨ ਹੈ ਜੀ। ਇੱਕ ਸਾਨੂੰ ਵੀ ਘੁਟਾਲਾ ਹੋਇਆ ਸੀ, ਇਹ ਜਿਹੜਾ ਇਹ ਬਾਇਰਸ ਹੈਗੇ ਰਵੀ ਨੰਦਨ ਹੁਣੀ ਇਹ ਪ੍ਰਾਪਰਟੀ ਦੇ, ਉਹਨਾਂ ਦਾ ਉਹ 'ਚ ਵੀ ਨਾਮ ਬੋਲਦੇ ਆ ਜੀ, 50 ਬਨਾਮੀ ਪ੍ਰਾਪਰਟੀਆਂ ਦੇ ਲੁਧਿਆਣੇ ਦੇ। ਕਹਿੰਦੇ ਕੋਈ ਫਿਰ ਵੀ ਬੈਠ ਕੇ ਰਜਿਸਟਰੀਆਂ ਕਰ ਰਹੇ ਆ, ਤੁਸੀਂ ਕਹਿੰਦੇ ਨਾਲ ਦੀ ਨਾਲ ਕਿ ਸ਼ਾਇਦ ਉਹ ਸਿਸਟਮ ਤੋਂ ਵੱਡੇ ਹੋ ਗਏ, ਕੀ ਪਤਾ। ਉਹ ਤਾਂ ਜਿੰਦਾ ਕਹਿੰਦੇ ਕਿ ਹਾਂ ਘਟਾਲੇ ਕੀਤੇ ਹੀ ਨਹੀਂ ਗਏ, ਮੈਂ ਤਾਂ ਕਰਕੇ ਅਫਸਰਾਂ ਨੂੰ ਵੀ ਉਹਨਾਂ 'ਤੇ ਯਕੀਨ ਹੈ। ਭਾਈ ਸਾਹਿਬ ਜੇ ਘਟਾਲੇ ਨਹੀਂ ਕੀਤੇ ਤੇ ਫਿਰ ਉਹਨਾਂ ਦੇ ਕੁੜਮ ਸਾਹਿਬ ਕੀ ਮੈਨੂੰ ਰਿਸ਼ਤਾ ਕਰਨ ਆਏ ਸੀ, ਜਾਂ ਮੈਨੂੰ ਪੈਸੇ ਦੇਣ ਆਏ ਸੀ, ਸ਼ਗਨ ਪਾਉਣ ਆਏ ਸੀਗੇ, ਮੈਨੂੰ ਕੀ ਕਰਨ ਆਏ ਸੀਗੇ ਮੇਰੇ ਕੋਲ, ਕਿਉਂ ਪੈਕਟ ਦੇ ਰਹੇ ਮੈਨੂੰ? ਜਿਹਦਾ ਚਿਹਰਾ ਬਲਰ ਆ ਵੀਡੀਓ 'ਚ ਉਹ ਕੌਣ ਨੇ? ਉਹ ਜੀ ਕੋਈ ਸੱਜਣ ਨੇ ਸ਼ਹਿਰ ਦੇ, ਸ਼ਰੀਫ ਆਦਮੀ ਨੇ ਕੋਈ, ਤੇ ਉਹ ਫਿਰ ਜਿਵੇਂ ਮੈਂ ਤਾਂ ਉਹਨਾਂ ਨਾਲ ਆਏ ਸੀ। ਹਾਂ, ਉਹ ਪਹਿਲਾਂ ਆ ਗਏ ਸੀ 10 ਮਿੰਟ ਪਹਿਲਾਂ ਮੇਰੇ ਕੋਲ। ਉਹ ਕਹਿੰਦੇ ਯਾਰ ਐਂ ਕਰਕੇ ਤੈਨੂੰ ਮਿਲਣ ਆਉਣਾ, ਕਿਉਂਕਿ ਜਿਹੜੇ ਆ ਕਰਪਟ ਬੰਦੇ ਜੀ ਮੇਰੇ ਕੋਲ ਉਹਨੂੰ ਡਰਦੇ ਆ ਥੋੜ੍ਹਾ ਜਿਹਾ। ਮੇਰਾ ਸੁਭਾਅ ਥੋੜ੍ਹਾ ਜਿਹਾ ਹੋਰ ਟਾਈਪ ਦਾ, ਉਹਨਾਂ ਨੂੰ ਐਂ ਹੁੰਦਾ ਵੀ ਇਹ ਗੱਲ ਕੋਲ ਨਾ ਪੈ ਜਾਵੇ, ਅਤੇ ਥੋੜ੍ਹਾ ਜਿਹਾ ਉਹਨਾਂ ਨੂੰ ਹੁੰਦਾ ਵੀ ਜੇ ਅਸੀਂ ਆਫਰ ਕਰਨ ਚੱਲੇ ਹਾਂ ਵੀ। ਤੁਸੀਂ ਤਾਂ ਬੜੇ ਪਿਆਰ ਨਾਲ ਸਮਝਾਉਣ ਵੀ ਗਏ ਸੀਗੇ, ਮੈਮੋਰੈਂਡਮ ਵੀ ਦੇਣ ਗਏ ਸੀਗੇ, ਤੁਸੀਂ ਗੱਲ ਵੀ ਪੈ ਜਾਂਦੇ। ਇਹ ਪਿਆਰ ਨਾਲ ਨਹੀਂ ਸਮਝਾਇਆ ਸੀ ਜੀ ਉਹਨੂੰ, ਇਹ ਦੱਸ ਕੇ ਆਇਆ ਸੀ ਵੀ ਤੇਰੇ ਤੋਂ ਪਹਿਲਾਂ ਵੀ 2 ਤਹਿਸੀਲਦਾਰ ਤੇ ਇੱਕ ਨਾਇਬ ਤਹਿਸੀਲਦਾਰ ਸੀ, ਮੇਰੇ ਕਰਕੇ ਭਾਖੜਾ ਤੇ ਉਹਨਾਂ ਦੀ ਡਿਊਟੀ ਲੱਗੀ ਸੀ ਹਾਈਵੇ 105 'ਚ, ਤੇ ਮੱਛੀਆਂ ਗਿਣਦੇ ਸੀ ਮੁੜ ਕੇ ਭਾਖੜਾ ਨਹਿਰ 'ਤੇ ਬਹਿ ਕੇ ਉਹ ਦੋਨੋਂ ਜਣੇ ਵੀ ਤੂੰ ਬੰਦਾ ਬਣ ਜਾ ਵੀ ਰਿਟਾਇਰਮੈਂਟ ਦੇ ਨੇੜੇ ਆ। ਇਹਨੂੰ ਐ ਨਹੀਂ, ਇੰਨੇ ਕੁ ਵੀ ਪਿਆਰ ਨਾਲ ਨਹੀਂ ਸਮਝਾਇਆ। ਪਰ ਉਹਨਾਂ ਨੂੰ ਕਿੰਨਾ ਟਾਈਮ ਲੱਗਿਆ ਮੱਛੀਆਂ ਗਿਣਨ 'ਚ? ਪਤਾ ਨਹੀਂ ਜੀ ਕਿੱਥੇ ਹੁਣ, ਤਾਂ ਉਹ ਉੱਥੇ ਹੀ ਨਹੀਂ, ਪਤਾ ਨਹੀਂ ਉੱਥੇ ਕਿੱਥੇ ਨੇ ਹੁਣ, ਪਤਾ ਨਹੀਂ। ਮਤਲਬ ਕਿ ਕਿੰਨਾ ਕੁ ਟਾਈਮ ਲੱਗਿਆ ਉਹਨਾਂ ਤੇ? ਕਾਰਵਾਈ ਕਦੋਂ ਤੱਕ ਹੋ ਗਈ ਉਹਨਾਂ ਤੇ? ਉਹਨਾਂ ਨੂੰ ਜੀ ਉਹਨਾਂ ਨੂੰ ਆਫ ਡਿਊਟੀ ਕਰਤਾ ਸੀਗਾ ਜੀ ਉਦੋਂ NH 105B ਦੇ ਵਿੱਚ। ਉਹ ਮੋਗਾ ਬਾਈਪਾਸ ਦਾ ਘਟਾਲਾ ਸੀ, ਉਹਦੇ ਵਿੱਚ ਹੀ ਆ ਜਿਹੜਾ ਬੰਦਾ ਮੈਨੂੰ ਰਿਸ਼ਵਤ ਦੇਣ ਆਇਆ, ਉਹਨੇ ਸਸਤੀਆਂ ਪ੍ਰਾਪਰਟੀ ਲੈ ਕੇ ਉੱਥੇ ਵੀ ਇਹਨੇ ਉਹਨੂੰ ਕੀਤਾ ਹੋਇਆ ਸੀਗਾ, ਆਪਣਾ ਕਮਰਸ਼ੀਅਲ ਕਰਤੀਆਂ ਸੀ। ਉਹ ਤਾਂ 88 ਲੱਖ ਦਾ ਕਿੱਲਾ ਲੈ ਕੇ ਜੀ 8.25 ਕਰੋੜ ਦਾ ਸਰਕਾਰ ਨੂੰ ਦੇਣਾ ਸੀ NHI ਨੂੰ। ਉਹ ਵੀ ਬਹੁਤ ਵੱਡਾ ਘਪਲਾ ਸੀ, ਬਹੁਤ ਮਸ਼ਹੂਰ ਹੋਇਆ। ਉਹਦੇ ਵਿੱਚ ਵੀ ਮੈਂ ਕੋਰਟ 'ਚ ਗਿਆ ਮੈਂ ਜੀ। ਇੱਕ ਜਿਹੜਾ ਤੁਸੀਂ ਜਲੰਧਰ ਤੋਂ ਰੋਹਤਕ ਜਾਂਦੇ ਹੋ ਜੀ ਹਾਈਵੇ, ਜਿਹੜਾ ਤੇ FIR ਹੋਏਗੀ 100% ਹੋਏਗੀ ਜੀ। ਇਹ ਸੁਪਰੀਮ ਕੋਰਟ ਦੀ ਰੂਲਿੰਗ ਹੈ ਭਾਈ ਸਾਹਿਬ। ਇਹਦੇ ਵਿੱਚ ਇੱਕ ਚੀਜ਼ ਦੱਸੋ, ਜਦੋਂ ਤੁਹਾਡੇ ਕੋਲ ਰਾਜਾ ਵੜਿੰਗ ਨਹੀਂ ਆਏ, ਤੁਹਾਡੇ ਕੋਲ ਭਾਰਤ ਭੂਸ਼ਣ ਆਸ਼ੂ ਨਹੀਂ ਆਏ, ਜਿਵੇਂ ਤੁਸੀਂ ਕਹਿੰਦੇ ਪਏ ਹੋ, ਤੁਸੀਂ ਕੋਰਟ ਵੀ ਤਾਂ ਜਾ ਸਕਦੇ ਸੀ, ਉੱਥੋਂ ਵੀ FIR ਹੋ ਸਕਦੀ ਸੀ। ਕੋਰਟ 'ਚ ਹਲੇ ਨਹੀਂ ਹੋ ਸਕਦੀ ਜੀ, 153 ਦਿਨ ਬਾਅਦ ਹੋਊਗੀ। ਜੇ ਕੋਈ ਨਹੀਂ ਕਰੂਗਾ ਫਿਰ ਕੋਰਟ ਥਰੂ ਕਰਾਵਾਂਗੇ। 153 ਪਹਿਲਾਂ ਹੀ ਕਰਵਾ ਲੈਂਦੇ ਉੱਥੇ? ਨਹੀਂ ਹੋ ਸਕਦੀ ਭਾਜੀ, ਲਾਅ ਹੀ ਹੈ ਨਹੀਂ ਜੀ। ਹਾਂ, ਇੱਕ ਲਾਅ ਜ਼ਰੂਰ ਹੈ, ਸੁਪਰੀਮ ਕੋਰਟ ਦੀ ਰੂਲਿੰਗ ਹੈ ਕਿ ਵੀ ਪੁਲਿਸ ਇਹ 'ਤੇ ਪਰਚਾ ਦੇ ਸਕਦੀ ਹੈ, ਪਰਚਾ ਦੇ ਕੇ ਫਿਰ ਇਨਵੈਸਟੀਗੇਸ਼ਨ ਕਰ ਸਕਦੀ ਹੈ। 153 ਦਿਨਾਂ ਬਾਅਦ ਵੀ, ਤੇ ਕੋਰਟ ਦਾ ਪ੍ਰੋਸੈਸ ਵੀ ਤਾਂ ਲੰਬਾ ਹੀ ਹੈ, 3 ਸਾਲ ਬਾਅਦ ਹੋਏ, 4 ਸਾਲ ਬਾਅਦ ਹੋਏ। ਉਹ ਸਿਸਟਮ ਹੈ ਜੀ, ਇਨਕੁਆਇਰੀਆਂ ਦਾ ਜਦੋਂ ਜਵਾਬ ਨਹੀਂ ਆਉਂਦਾ ਉਦੋਂ ਤੇ ਕੋਰਟ ਦੇ ਵਿੱਚ ਤੁਸੀਂ ਨਹੀਂ ਸਬਮਿਟ, ਕੋਰਟ ਥਰੂ ਪਰਚਾ ਹੋ ਜਾਊਗਾ ਜੀ। ਇਹ ਤਾਂ ਵੱਟ 'ਤੇ ਪਿਆ ਜੀ, ਇਹ ਕ੍ਰਿਸਟਲ ਕਲੀਅਰ ਕੇਸ ਹੈ, ਠੀਕ ਹੈ। ਔਰ ਸਾਡੇ ਮੋਗੇ ਵਾਲੇ SSP ਆ, ਨਵੇਂ ਆਏ ਆ, ਬੜੇ ਸਮਝਦਾਰ ਨੇ, ਗਲਨੀਤ ਖਰਾਨਾ ਜੀ, ਔਰ ਮੈਨੂੰ ਲੱਗਦਾ ਵੀ ਇੱਕ ਅੱਧੇ ਦਿਨ 'ਚ FIR ਹੋ ਜਾਏਗੀ। ਸਾਡਾ ਬੇਸਿਕਲੀ ਸਾਡਾ ਇੱਥੇ ਆਉਣ ਦਾ ਮਕਸਦ ਜਿਹੜਾ ਸਟੇਟ ਪ੍ਰੈਸ ਕੋਲ ਆਉਣਾ, ਇਹਨਾਂ ਨੂੰ ਸੱਚ ਦੀ ਜਾਣਕਾਰੀ ਦੇਣਾ ਸੀ, ਕਿਉਂਕਿ ਜਿਹੜਾ ਸੱਚ ਤੁਸੀਂ ਇੱਥੋਂ ਪਕਾਓਗੇ ਨਾ, ਕਿਉਂਕਿ ਤੁਸੀਂ ਸਾਰੇ ਇੱਥੇ ਹੈੱਡ ਬੈਠੇ ਹੋ, ਆਪਦੇ ਜਿਹੜੇ ਤੁਹਾਡੇ ਮੀਡੀਆ ਹਾਊਸ ਆ ਉਹਦੇ ਹੈੱਡ ਹੋ, ਔਰ ਸਾਰੇ ਮੰਨੇ ਵੇ ਪੱਤਰਕਾਰ ਆ ਵੀ ਇਹ ਨਹੀਂਗਾ ਜਿਹੜੇ ਸਾਡੇ ਉੱਥੇ ਹੁੰਦਾ ਨਾ ਤਾਂ ਉਹਨੇ ਜਰਨਲਿਜ਼ਮ ਦਾ ਕੋਈ ਕੋਰਸ ਕੀਤੇ ਹੋਏ ਜੀ, ਉਹ ਤਾਂ ਬੈਠੇ ਆ ਔਰ 2 ਮਿੰਟ ਹੀ ਲਾਉਂਦੇ, ਗਵਾਂਢੀ ਧਰਮ ਨਿਭਾ ਦਿੰਦੇ ਆ, ਉਹਦਾ ਫਾਇਦਾ ਨਹੀਂ ਕੋਈ। ਮੈਂ ਬਹੁਤ ਵਾਰੀ ਵੇਖ ਚੁੱਕਿਆ ਜੀ। ਹਾਈਵੇ ਘੁਟਾਲਾ ਆ ਬੈਠੇ ਜੀ ਤੁਹਾਡੇ ਮਿੱਤਰ, ਹਾਈਵੇ ਘੁਟਾਲੇ 'ਚ ਸਾਰੇ ਪੰਜਾਬ ਦੀ ਪ੍ਰੈਸ ਨੇ ਮੈਨੂੰ ਮਨਾ ਕਰਤਾ ਸੀ। ਉਹ ਹਾਈਵੇ ਘੁਟਾਲੇ 'ਚ ਇਹਨਾਂ ਨੇ ਇੰਟਰਵਿਊ ਕੀਤੀ, ਲੱਖਾਂ ਲੋਕਾਂ ਨੇ ਇੰਟਰਵਿਊ ਦੇਖੀ ਹੈ ਜੀ। ਉਹਦੇ 'ਤੇ ਹਾਈ ਕੋਰਟ ਆ, ਜੁਲਾਈ ਦੀ ਤਰੀਕ ਹੈ, 2 FIR ਕਰਾ ਚੁੱਕੇ ਹਾਂ, ਇੱਕ ਤਰਨਤਾਰਨ ਕਰਾਈ ਹੈ ਜੀ, ਇੱਕ ਮੈਂ ਮੋਗੇ ਕਰਾ ਚੁੱਕਿਆ ਉਸ ਕੇਸ 'ਚ। ਇਹ ਬੰਦੇ ਨੇ ਇਕੱਲੇ ਨੇ ਵਿਸ਼ਵਾਸ ਕੀਤਾ ਜੀ ਸਾਡੇ 'ਤੇ।
ਇਹਨੇ ਤੇ ਆਪਣਾ ਖੋਖਰ ਸਾਹਿਬ ਨੇ ਸਾਡੀ ਪ੍ਰੋਪਰ, ਔਰ ਲੱਖਾਂ ਲੋਕਾਂ ਨੇ ਉਹ ਵੀਡੀਓਜ਼ ਦੇਖੀਆਂ ਜੀ। ਉਹਦੇ 'ਚ ਕਈ ਪੀਸੀਐਸ ਅਫਸਰ, ਕਈ ਡੀਐਸਪੀਜ਼, ਕਈ ਇੰਸਪੈਕਟਰਸ, ਉਹਦੇ ਵਿੱਚ ਅਸੀਂ ਪਾਰਟੀ ਬਣਾਈ ਸੀ ਜਿਹੜੇ ਉਸ ਮਾਫੀਆ ਨੂੰ ਮਦਦ ਕਰਦੇ ਸੀ। ਹੁਣ NH 71 ਦੇ ਵਿੱਚ ਅਸੀਂ ਚੱਲ ਰਹੇ ਹਾਂ ਜੀ। NH 71 ਦੇ ਵਿੱਚ ਵੀ ਅਸੀਂ 3 ਤਹਿਸੀਲਦਾਰ ਹੈ ਜੀ, 2 ਪੀਸੀਐਸ ਅਫਸਰ ਹੈ ਜੀ। ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਕਿ 153 ਦਿਨ ਜਦੋਂ ਹੋ ਜਾਣਗੇ ਤੇ ਜੇ ਕਿਤੋਂ ਕੋਈ ਰਾਹ ਨਜ਼ਰ ਨਹੀਂ ਆਉਂਦਾ ਤੇ ਫਿਰ ਰਾਹ ਦੂਜਾ ਉਹ ਹੀ ਹੈ। ਜਾਵਾਂਗੇ ਜੀ, ਸਾਡੇ ਕੋਲ ਸਾਰੇ ਵਕੀਲ ਬੈਠੇ ਆ ਜੀ, ਸਾਡੇ ਕੋਲ ਹਾਈ ਕੋਰਟ 'ਚ ਵਕੀਲ ਹੈ ਜੀ, ਸਾਰੇ ਸਾਡੇ ਜ਼ਿਲ੍ਹਾ ਪ੍ਰਧਾਨ ਵਕੀਲ ਹੈ ਜੀ, ਸਾਰੇ ਤਕਰੀਬਨ ਲੁਧਿਆਣੇ ਵੀ ਸਾਡੇ ਤਰੁਣ ਜੀ ਨੇ ਜ਼ਿਲ੍ਹਾ ਪ੍ਰਧਾਨ ਵਕੀਲ ਆ, ਇੱਥੇ ਸਾਡੇ ਕੌਸ਼ਿਕ ਜੀ ਬੈਠੇ ਨੇ, ਸਾਡੇ ਆਲ ਓਵਰ ਇੰਡੀਆ ਸਾਡੇ ਵਕੀਲ ਵਾਧੂ ਹੈ ਜੀ, ਸਾਡੇ ਕੋਲ ਫਰੀ ਵਾਲੇ ਆ। ਮੈਂ ਤਾਂ ਇਹਨਾਂ ਦੀ ਭੂਤਨੀ ਘੁਮਾ ਦੂੰਗਾ, ਭਜਾ ਕੇ ਸੁਪਰੀਮ ਕੋਰਟ ਇਹਨਾਂ ਯਾਦ ਕਰਨਗੇ ਸਾਰੀ ਉਮਰ ਇਹ ਘਟਾਲਾ ਕੀਤਾ ਸੀ। ਖੈਰ ਭ੍ਰਸ਼ਟ ਲੋਕਾਂ ਦਾ ਹਾਲ ਇਹੀ ਹੋਣਾ ਚਾਹੀਦਾ ਕਿ ਉਹਨਾਂ ਨੂੰ ਜਲਦ ਤੋਂ ਜਲਦ ਕੱਢ ਕੇ ਮੱਛੀਆਂ ਗਿਣਨ ਲਾ ਦੇਣਾ ਚਾਹੀਦਾ, ਜਿਵੇਂ ਕਿ ਸਰ ਕਹਿੰਦੇ ਆ। ਪਰ ਖੈਰ ਇਹ ਰਿਪੋਰਟ ਜਿਸ ਵੇਲੇ ਆਏਗੀ ਉਦੋਂ ਜੋ ਕਲੀਅਰ ਹੋਏਗੀ ਪਿਕਚਰ, ਉਦੋਂ ਦਾ ਉਦੋਂ ਪਤਾ ਲੱਗੇਗਾ। ਕੈਮਰੇ ਦੇ ਸਾਥ ਦੇ ਸੀਗੇ ਸੁਖਿੰਦਰ ਮੈਲੰਕੇਸ਼, ਰੋਜ਼ਾਨਾ ਸਪੋਕਸਮੈਨ ਦੇ ਲਈ।